ਪਹਿਲਾਂ ਤਾਂ ਮੋਗਾ ਦੇ ਸਾਰੇ ਮੀਡੀਆ ਦਾ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਜਿਹੜੇ ਵੀ ਮੰਚ ਤੋਂ ਤੁਸੀਂ ਕੰਮ ਕਰਦੇ ਹੋ, ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਛੋਟੇ ਸੱਦੇ ਤੇ ਇੱਥੇ ਇਕੱਠੇ ਹੋਏ ਹੋ। ਅੱਜ ਨਿਹਾਲ ਸਿੰਘ ਵਾਲਾ ਹਲਕੇ ਦੇ ਪਿੰਡ ਰਣਸੀਂਹ ਕਲਾਂ ਵਿਖੇ ਆਏ ਸੀ ਸਾਡੇ ਦਰਮਿਆਨ MLA ਮਹਿਲ ਕਲਾਂ ਕੁਲਵੰਤ ਪੰਡੂਰੀ ਜੀ, MLA ਨਿਹਾਲ ਸਿੰਘ ਵਾਲਾ ਰਣਜੀਤ ਜੀ, ਔਰ ਸਾਡੀ MLA ਜੋਤੋਂ ਬਲਦੇਵ ਸਿੰਘ ਜੀ, ਸੀ ਬਾਬਾ ਜੀ, ਸਾਡੀ ਟੀਮ ਜਿਹੜੀ ਮੋਗੇ ਦੀ ਸਾਰੀ ਬੈਠੀ ਹੈ। ਗ੍ਰਾਮ ਸਭਾ ਦਾ ਪਿੰਡ ਵੱਲੋਂ ਪ੍ਰੋਗਰਾਮ ਸੀਗਾ। ਬਹੁਤ ਅਗਾਂਹਵਧੂ ਸੋਚ ਵਾਲਾ ਪਿੰਡ ਹੈ। ਕੌਮੀ ਪੁਰਸਕਾਰ 2 ਵਾਰ ਜੇਤੂ ਪੰਚਾਇਤ ਹੈ। ਉਹਨਾਂ ਨੇ ਅੱਜ ਗ੍ਰਾਮ ਸਭਾ ਦੇ ਵਿੱਚ ਕਾਲੇ ਕਾਨੂੰਨ ਜਿਹੜੇ ਨੇ ਕੇਂਦਰ ਵੱਲੋਂ ਲਿਆਂਦੇ ਗਏ ਨੇ ਉਹਨੂੰ ਸਰਬਸੰਮਤੀ ਨਾਲ ਰੱਦ ਕਰਨ ਦਾ ਕਰਵਾਇਆ ਸੀ ਅਤੇ ਮੈਨੂੰ ਉਹਨੇ ਕਰਾਇਆ ਸੀ। ਅੱਜ ਮੈਂ ਹੁਣ ਤੁਹਾਡੇ ਨਾਲ ਜਿਹੜਾ ਜਿਸ ਵਿਸ਼ੇ 'ਤੇ ਗੱਲ ਕਰਨਾ, ਦੇਖੋ ਜੋ ਕੇਂਦਰ ਸਰਕਾਰ ਨੇ ਲਗਭਗ ਧਮਕੀ ਦੇ ਰੂਪ 'ਚ ਪੰਜਾਬ ਨੂੰ ਕਿਹਾ ਕਿ ਅਸੀਂ ਤੁਹਾਡੀਆਂ ਮਾਲ ਗੱਡੀਆਂ ਵੀ ਰੋਕਾਂਗੇ। ਇਹ ਮਤਲਬ ਇੱਕ ਬਹੁਤ ਦੁਖਦਾਇਕ ਤੇ ਸ਼ਰਮਨਾਕ ਗੱਲ ਹੈ। ਰਾਜਾਂ ਦੇ ਅਧਿਕਾਰਾਂ ਤੇ ਤਾਂ ਪਹਿਲੇ ਡਾਕਾ ਮਾਰਿਆ ਜਾ ਰਿਹਾ ਸੀ, ਹੁਣ ਰਾਜਾਂ ਨੂੰ ਐਦਾਂ ਮਤਲਬ ਧਮਕੀਆਂ ਮਿਲ ਰਹੀਆਂ ਨੇ ਕਿ ਜਾਂ ਤਾਂ ਤੁਸੀਂ ਸਾਨੂੰ ਆਹ ਵੀ ਅਲਾਓ ਕਰੋ, ਨਹੀਂ ਤਾਂ ਫਿਰ ਅਸੀਂ ਤੁਹਾਡੀਆਂ ਆਹ ਟ੍ਰੇਨਾਂ ਵੀ ਰੋਕਾਂਗੇ। ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਬਦਲਾਖੋਰੀ ਦੀ ਭਾਵਨਾ ਤੋਂ ਉਤਰਿਆ ਨਹੀਂ। ਪਾਬੰਦੀਆਂ ਜਿਹੜੀਆਂ ਨੇ ਇੱਕ ਦੇਸ਼ ਦੂਜੇ ਦੇਸ਼ ਤੇ ਲਾਉਂਦਾ, ਜੋ ਅਮਰੀਕਾ ਨੇ ਇਰਾਕ ਤੇ ਪਾਬੰਦੀਆਂ ਲਾਤੀਆਂ ਜੀ, UN ਨੇ ਨਾਰਥ ਕੋਰੀਆ ਤੇ ਪਾਬੰਦੀਆਂ, ਆਰਥਿਕ ਪਾਬੰਦੀਆਂ ਲਾਤੀਆਂ ਜੀ। ਪਰ ਇਹ ਪਹਿਲੀ ਵਾਰ ਹੋ ਰਿਹਾ ਇੱਕ ਲੋਕਤੰਤਰ 'ਚ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪਦੀ ਸਟੇਟ ਤੇ ਪਾਬੰਦੀ ਲਾ ਰਿਹਾ, ਆਪਦੀ ਸਟੇਟ ਦੇ ਲੋਕਾਂ ਤੇ ਪਾਬੰਦੀ ਲਾ ਰਿਹਾ। ਪ੍ਰਧਾਨ ਮੰਤਰੀ ਜਿਹੜਾ ਉਹ ਗੱਲਬਾਤ ਕਰਦਾ ਹੁੰਦਾ, ਕੋਈ ਕਿਸੇ ਕਾਨੂੰਨ ਦਾ ਵਿਰੋਧ ਹੋ ਰਿਹਾ ਤਾਂ ਬਹਿ ਕੇ ਗੱਲ ਕਰੋ। ਤੇ ਕਿਸਾਨਾਂ ਨੂੰ ਸੱਦ ਕੇ ਉੱਥੇ ਨਹੀਂ ਮਿਲੇ ਤੇ ਫਿਰ ਕਹਿੰਦੇ ਵਿਚੋਲੀਏ ਨੇ, ਦਲਾਲ ਨੇ। ਸੋ ਕਿਤੇ ਨਾ ਕਿਤੇ ਬਾਂਹ ਮਰੋੜ ਕੇ ਕਿਸਾਨਾਂ ਨੂੰ ਜਿਹੜਾ ਇਹ ਸੰਘਰਸ਼ ਜਿਹੜਾ ਉਹ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ, ਜਦ ਕਿ ਬਾਂਹ ਫੜਨੀ ਚਾਹੀਦੀ ਸੀ ਇਸ ਵਕਤ ਪ੍ਰਧਾਨ ਮੰਤਰੀ। ਇਹ ਉਹੀ ਕਿਸਾਨ ਹੈ ਜਿਹਨੇ ਪੂਰੇ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਕੀਤਾ, ਭੰਡਾਰ ਭਰੇ। ਇਹ ਉਹੀ ਪੰਜਾਬੀ ਨੇ ਜਿਨ੍ਹਾਂ ਨੇ 90% ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ। ਤੇ ਉਸੇ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਅੱਜ ਪੰਜਾਬੀਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਉਹ ਅੜੇ ਹੀ ਬੈਠੇ ਨੇ। ਤੇ ਰੇਲ ਮੰਤਰੀ ਜੀ ਕਹਿ ਰਹੇ ਨੇ ਸਾਨੂੰ ਟ੍ਰੇਨ ਦੀ ਸੁਰੱਖਿਆ ਦੀ ਗਰੰਟੀ ਦਿਓ, ਸਾਨੂੰ ਟ੍ਰੇਨ ਦੇ ਡਰਾਈਵਰ ਦੀ ਗਰੰਟੀ ਦਿਓ, ਉਹਦੀ ਸੁਰੱਖਿਆ ਦੀ, ਸਾਨੂੰ ਟ੍ਰੇਨ ਦੇ ਗਾਰਡ ਦੀ ਸੁਰੱਖਿਆ ਦੀ ਗਰੰਟੀ ਦਿਓ, ਸਾਨੂੰ ਟ੍ਰੇਨ ਦੇ ਟਰੈਕ ਦੀ ਸੁਰੱਖਿਆ ਦੀ ਗਰੰਟੀ ਦਿਓ। ਕਿਸਾਨ ਕੀ ਕਹਿੰਦੇ ਨੇ? ਕਿਸਾਨ ਕਹਿੰਦੇ ਇਕੱਲੀ MSP ਦੀ ਗਰੰਟੀ, ਬਾਕੀ ਸਾਰੇ ਗਰੰਟੀ ਨਾਲ ਆ ਜਾਂਦੇ ਨੇ। ਉਹਨਾਂ ਨੂੰ ਕਿਹੜਾ ਕੋਈ ਚਾਅ ਹੈ ਉੱਥੇ ਆਪਦੇ ਬੱਚਿਆਂ ਸਮੇਤ ਬੈਠੇ ਨੇ ਰੇਲਵੇ ਲਾਈਨਾਂ ਤੇ, ਕੋਈ ਫੋਟੋ ਖਿਚਾਉਣ ਦਾ ਚਾਅ ਥੋੜ੍ਹੀ ਹੈ। ਕੋਈ ਉਹਨਾਂ ਨੂੰ ਭਵਿੱਖ ਦੇ ਵਿੱਚ ਧੁੰਦਲਾ ਨਜ਼ਰ ਆ ਰਿਹਾ ਤਾਂ ਹੀ ਬੈਠੇ ਨੇ। ਕੀ ਸਿਰਫ ਇੰਟੈਲੀਜੈਂਟ ਨੇ? ਕਹਿੰਦੇ ਬਿੱਲ ਬਹੁਤ ਵਧੀਆ ਨੇ, ਬਾਕੀ ਕਿਸੇ ਨੂੰ ਸਮਝ ਹੀ ਨਹੀਂ ਵੇਲੇ ਕਿਸਾਨ ਯੂਨੀਅਨ ਜਾਂ ਫਿਰ ਜਿਹੜੇ ਖੇਤੀ ਦੇ ਮਾਹਰ ਜਿਹੜੇ ਪਿਛਲੇ 3 ਮਹੀਨਿਆਂ ਤੋਂ ਲੇਖ ਲਿਖ ਰਹੇ ਨੇ ਜਦੋਂ ਤੋਂ ਇਹ ਆਰਡੀਨੈਂਸ ਆਏ ਨੇ, ਠੀਕ ਹੈ ਨਾ। ਤੇ ਉਹ ਮਤਲਬ ਉਹਨਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਬਿੱਲ ਕ੍ਰਾਂਤੀਕਾਰੀ ਹੈ। ਮੈਂ ਪਾਰਲੀਮੈਂਟ 'ਚ ਵੀ ਬੋਲਿਆ ਸੀ ਕਿ ਤੁਸੀਂ ਇੱਦਾਂ ਕਰੋ, ਪੰਜਾਬ ਤੇ ਹਰਿਆਣੇ ਨੂੰ ਇਸ ਬਿੱਲ 'ਚੋਂ ਕਾਨੂੰਨ 'ਚੋਂ ਕੱਢ ਦਿਓ, ਕਿਉਂਕਿ ਇੱਥੇ ਪ੍ਰੋਕਿਉਰਮੈਂਟ ਇਨਫਰਾਸਟ੍ਰਕਚਰ ਬਹੁਤ ਵਧੀਆ ਚੱਲਦਾ। ਤੇ ਤੁਸੀਂ ਬਾਕੀ ਦੇਸ਼ ਦੇ ਵਿੱਚ ਕ੍ਰਾਂਤੀ ਲਿਆ ਦਿਓ ਜਿਹੜੀ ਕਹਿੰਦੇ ਤੁਸੀਂ ਕਿ ਕ੍ਰਾਂਤੀਕਾਰੀ ਬਿੱਲ ਨੇ, ਉਸ ਤੋਂ ਬਾਅਦ ਸਾਡੇ ਨਾਲ ਗੱਲ ਕਰ ਲੈਣ। ਜੇ ਬਾਕੀ ਦੇਸ਼ 'ਚ MSP ਹੁੰਦੀ ਜਾਂ MSP ਦੇ ਨੇੜੇ ਤੇੜੇ ਕਿਤੇ ਕੋਈ ਖਰੀਦਦਾਰ ਖਰੀਦ ਹੁੰਦੀ, ਫਿਰ UP 'ਚੋਂ ਟਰੱਕ ਕਿਉਂ ਆਉਂਦੇ ਪੰਜਾਬ ਨੂੰ? ਕਿਉਂਕਿ ਉੱਥੇ ਵਿਕਦੀ ਨਹੀਂ। ਸੋ ਇਸ ਕਰਕੇ ਆਹ ਜਿਹੜਾ ਮੈਂ ਕੈਪਟਨ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਸਾਨਾਂ ਨੂੰ ਅਪੀਲ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਕੋਲ ਕਿਉਂ ਨਹੀਂ ਜਾਂਦੇ? ਪਹਿਲਾਂ ਵੀ ਇਹਨਾਂ ਨੇ ਆਲ ਪਾਰਟੀ ਮੀਟਿੰਗ ਹੋਈ ਸੀ ਜਿਹੜੀ 27 ਜੂਨ, ਉਦੋਂ ਵੀ ਇਹਨਾਂ ਨੇ ਆਲ ਪਾਰਟੀ ਮੀਟਿੰਗ 'ਚ ਕਿਹਾ ਸੀ ਕਿ ਹਜੇ ਤਾਂ ਉਹ ਪਾਰਲੀਮੈਂਟ ਦਾ ਵਿੱਚ ਬਿੱਲ ਆਇਆ ਨਹੀਂ ਸੀਗਾ ਕਿ ਅਸੀਂ ਆਲ ਪਾਰਟੀ ਵਫਦ ਲੈ ਕੇ ਜਾਵਾਂਗੇ ਪ੍ਰਧਾਨ ਮੰਤਰੀ ਕੋਲ, ਮਤਾ ਪਾਸ ਹੋਇਆ ਸੀਗਾ। ਉਦੋਂ ਵੀ ਨਹੀਂ ਇਹਨਾਂ ਨੇ ਕੋਈ ਗੋਲਿਆ ਕੁਛ। ਕਾਹਨ ਸਿੰਘ ਪੰਨੂ ਹੋਰਾਂ ਨੇ ਸਾਲ ਪਹਿਲਾਂ ਮਤਲਬ ਸਤੰਬਰ 'ਚ, ਸਾਲ ਤੋਂ ਹੀ ਵੱਧ ਹੋ ਗਿਆ,
आके दसता सी जो खेती सैकटरी की मीटिंग सी कि बिल बहुत खतरनाक ने, इन्होंने रोकना तो उदों भी नहीं कुछ किया इन्होंने। सो किते ना किते आपस दे विच मिल के किसानों के संघर्ष को ਡੀਰੇਲ ਉਹਨੂੰ ਤਾਰਪੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ है। आम आदमी पार्टी पहले दिनों संघर्ष के नाल सी। 5 जून ਨੂੰ ਆਰਡੀਨੈਂਸ ਆਏ ਸੀਗੇ ਕੈਬਨਿਟ ਦੇ ਵਿੱਚ। 7 ਜੂਨ ਨੂੰ ਅਸੀਂ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕਰਕੇ कहता ਸੀ ਕਿ ਜਿੱਥੇ ਵੀ ਕਿਸਾਨ ਕਹਿਣਗੇ ਉੱਥੇ ਜਾਵਾਂਗੇ, ਜਾਂਦੇ ਆ। ਟਰੈਕਟਰ ਮਾਰਚ ਹੋਏ, ਭਾਵੇਂ ਉਹਨਾਂ ਦਾ ਬੰਦ ਦਾ ਸੱਦਾ ਹੋਇਆ। ਹੁਣ 5 ਤਰੀਕ ਨੂੰ ਜਿਹੜਾ ਚੱਕਾ ਜਾਮ ਦਾ ਸੱਦਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਵਲੰਟੀਅਰਾਂ ਨੂੰ, ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਇਹ ਕਿਹਾ ਕਿ ਵਰਕਰਾਂ ਨੂੰ, ਆਪਣੇ ਸਾਰੇ ਅਹੁਦੇਦਾਰਾਂ ਨੂੰ ਬਹੁਤ ਕਿ ਕਿਸਾਨ ਜਾਂ ਕਿਸਾਨ ਦੇ ਪੁੱਤ ਭਤੀਜੇ ਬਣ ਕੇ ਜਾਣਾ। ਕੋਈ ਪਾਰਟੀ ਦਾ ਝੰਡਾ ਨਹੀਂ ਲੈ ਕੇ ਜਾਣਾ, ਕੋਈ ਪਾਰਟੀ ਦਾ ਨਾਰਾ ਨਹੀਂ ਲਾਉਣਾ, ਕੋਈ ਮਫਲਰ ਨਹੀਂ ਪਾਉਣਾ। ਫਿਲਹਾਲ ਜਿਹੜਾ ਸੰਘਰਸ਼ ਹੈ ਉਹ ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਬਚਾਉਣ ਦਾ ਹੈ। ਜੇ ਲੋਕ ਹੀ ਨਾ ਰਹੇ ਤਾਂ ਰਾਜਨੀਤੀ ਕੀ ਤੇ ਕਰੋਗੇ? ਠੀਕ ਹੈ, ਜਦ ਕਿ ਅਕਾਲੀ ਦਲ ਬਰਾਬਰ ਪ੍ਰੋਗਰਾਮ ਰੱਖ ਲੈਂਦੇ ਉਹਨਾਂ ਦੇ, ਔਰ ਉਹੀ ਅਕਾਲੀ ਦਲ 2.5 ਮਹੀਨੇ ਸਿਫਤਾਂ ਕਰੀ ਗਿਆ। 2.5 ਮਹੀਨੇ ਬਾਅਦ ਜੋ ਕਿਸਾਨਾਂ ਦਾ ਵਿਰੋਧ ਹੋਇਆ, ਪਤਾ ਲੱਗਿਆ ਪਿੰਡਾਂ ਤੋਂ ਰਿਪੋਰਟਾਂ ਗਈਆਂ ਕਿ ਬਿਲਕੁਲ ਹੀ ਖਤਮ ਹੋ ਜਾਊਗਾ ਕੰਮ, ਉਦੋਂ ਕਹਿੰਦੇ ਜੀ ਬਹੁਤ ਮਾੜੇ ਬਿੱਲ ਨੇ। ਸੋ ਉਹਨਾਂ ਤਾਂ ਸਾਰਿਆਂ ਦੇ ਕਿਰਦਾਰ ਸਾਹਮਣੇ ਆ ਗਏ। ਮੈਂ ਉਹਦੇ ਬਾਰੇ ਜ਼ਿਆਦਾ ਡਿਟੇਲ 'ਚ ਨਹੀਂ ਗੱਲ ਕਰਨੀ ਚਾਹੁੰਦਾ, ਲੋਕਾਂ ਨੂੰ ਪਤਾ ਹੈ। ਆਮ ਆਦਮੀ ਪਾਰਟੀ ਨੇ ਜੰਤਰ ਮੰਤਰ ਤੇ ਧਰਨਾ ਲਾਇਆ, ਮੁੱਖ ਮੰਤਰੀ ਸਾਹਿਬ ਉੱਥੇ ਆਏ। ਹੁਣ ਵੀ ਜਿੰਨੀਆਂ ਵੀ ਕਿਸਾਨ ਯੂਨੀਅਨ ਦੀਆਂ ਕਾਲਾਂ ਆਉਣਗੀਆਂ, ਕਿਤੇ ਵੀ ਕੋਈ ਬੰਦ ਦਾ ਜਾਂ ਸੱਦਾ ਜਾਂ ਟਰੈਕਟਰ ਮਾਰਚ ਜਾਂ ਕੁਝ ਨਹੀਂ, ਅਸੀਂ ਉਹਨਾਂ ਸਾਥ ਹੁਣ ਵੀ ਦੇ ਰਹੇ ਹਾਂ। ਇਸ ਵਕਤ ਕਿਤੇ ਵੀ ਬੈਠੇ ਨੇ ਉਹ। ਤੇ ਗ੍ਰਾਮ ਸਭਾ ਜਿਹੜੀ ਹੈ ਉਹ ਬਹੁਤ ਵੱਡਾ ਇੱਕ ਲੀਗਲ ਡਾਕੂਮੈਂਟ ਹੈ। ਜੇ ਕੱਲ੍ਹ ਨੂੰ ਕੋਈ ਕਿਸਾਨ ਜਥੇਬੰਦੀ ਜਾਂ ਕੋਈ NGO ਸੁਪਰੀਮ ਕੋਰਟ ਜਾਂਦੀ ਹੈ ਇਹਨਾਂ ਬਿੱਲਾਂ ਵਿਰੁੱਧ ਕਿ ਲੋਕ ਵਿਰੋਧੀ ਕਾਨੂੰਨ ਨੇ ਜਿਹਨੂੰ ਰੱਦ ਕਰੋ, ਤਾਂ ਸੁਪਰੀਮ ਕੋਰਟ ਪਹਿਲਾ ਸਵਾਲ ਪੁੱਛੂਗੀ ਕਿ ਕੋਈ ਸਬੂਤ ਦਿਓ ਜੀ ਲੋਕਾਂ ਦੇ ਵਿਰੋਧ ਦਾ। ਤਾਂ ਜਿਹੜਾ ਇਹ ਗ੍ਰਾਮ ਸਭਾ ਦਾ ਮਤਾ ਇਹ ਕੰਸੀਡਰ ਕਰਦੀ ਹੈ। ਜਦੋਂ ਗ੍ਰਾਮ ਸਭਾ ਦੇ ਮਤੇ ਉੱਥੇ ਗਏ ਤਾਂ ਉਹਨੂੰ ਮੰਨਿਆ ਜਾਊਗਾ ਕਿ ਹਾਂ ਲੋਕਾਂ ਦੇ ਸਾਈਨ ਨੇ ਉੱਤੇ। ਗ੍ਰਾਮ ਸਭਾ ਬੇਸ ਹੈ ਡੈਮੋਕ੍ਰੇਸੀ ਦਾ। ਤੇ ਉਹਦੇ ਮਤੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਸੰਘਰਸ਼ ਜਿੰਨੇ ਵੀ ਚੱਲ ਰਹੇ ਨੇ ਇਹਨਾਂ ਕਾਨੂੰਨਾਂ ਦੇ ਵਿਰੁੱਧ, ਉਹਨਾਂ ਦਾ ਅਸੀਂ ਸਮਰਥਨ ਕਰਦੇ ਹਾਂ। ਦਾ ਮਤਲਬ ਉਹਨਾਂ ਦੇ ਸੰਘਰਸ਼ ਵੀ ਲੀਗਲ ਤੌਰ ਤੇ ਗਵਰਨਮੈਂਟ ਸਾਹਿਬ ਕਿਸਾਨ ਤਾਂ ਕਹਿੰਦੇ ਸਾਨੂੰ ਲੋੜ ਹੀ ਨਹੀਂ ਕਿਸੇ ਸਿਆਸੀ ਪਾਰਟੀ ਦੀ। ਉਹ ਤਾਂ ਕਹਿੰਦੇ ਸਾਡੇ ਨਾਲ ਆਉਣ ਦੀ ਲੋੜ ਹੀ ਨਹੀਂ ਜੀ ਕਿਸੇ ਨੂੰ, ਚਾਹੇ ਆਮ ਆਦਮੀ ਪਾਰਟੀ, ਅਕਾਲੀ ਦਲ। ਨਹੀਂ, ਅਸੀਂ ਕਦੋਂ ਕਹਿੰਦੇ ਕਿ ਮੈਂ ਖੁਦ ਗਿਆ ਭਵਾਨੀਗੜ੍ਹ, ਮੈਂ ਬੋਲ ਕੇ ਨਹੀਂ ਆਇਆ। ਜਦੋਂ ਜਿੱਥੇ ਸਾਨੂੰ ਬੋਲਣ ਵਾਸਤੇ ਭੇਜਿਆ ਲੋਕਾਂ ਨੇ, ਸੰਗਰੂਰ ਦੇ ਲੋਕਾਂ ਨੇ ਜਾਂ ਤੁਹਾਡੇ ਹਲਕਿਆਂ ਦੇ ਲੋਕਾਂ ਨੇ, ਅਸੀਂ ਉੱਥੇ ਬੋਲਦੇ ਹਾਂ। ਪਾਰਲੀਮੈਂਟ 'ਚ ਬੋਲ ਕੇ ਆਇਆ ਮੈਂ। ਤੇ ਮੈਂ ਤਾਂ ਕਹਿਣਾ ਕਿ ਇਸ ਸੰਘਰਸ਼ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ। ਤੇ ਅਸੀਂ ਤਾਂ ਆਪ ਬਿਨਾਂ ਕਿਸੇ, ਅਸੀਂ ਕਿਹੜਾ, ਮੈਂ ਤਾਂ ਆਪ ਕਿਹਾ ਕਿ ਨਾ ਕੋਈ ਝੰਡਾ ਲੈ ਕੇ ਜਾਂਦੇ ਹਾਂ। ਮੈਂ ਭਲਾਈ ਜਾਣੇ ਰੈਲੀ ਕੀਤੀ ਸੀ, 10,000 ਦੇ ਨੇੜੇ ਬੰਦਾ ਸੀ। ਇੱਕ ਵੀ ਝੰਡਾ ਪਾਕਿਸਤਾਨ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਸੀਗਾ, ਸਾਰੇ ਕਾਲੇ ਝੰਡੇ ਸੀ। ਅੱਜ ਵੀ ਉੱਥੇ ਇੱਕ ਵੀ ਝੰਡਾ ਜਿਹੜਾ ਸਾਡੇ ਪਾਰਟੀ ਦਾ ਨਹੀਂ ਸੀਗਾ। ਠੀਕ ਹੈ ਨਾ। ਸੋ ਇਹ ਕੈਪਟਨ ਸਾਹਿਬ ਹਰ ਗੱਲ 'ਚ ਪਾਕਿਸਤਾਨ ਲੈ ਆਉਂਦੇ ਆ ਵੀ ਕਿਸਾਨਾਂ ਦੇ ਸੰਘਰਸ਼ 'ਚੋਂ ਪਾਕਿਸਤਾਨ ਨਾਲ ਫਾਇਦਾ ਉਠਾ ਜੇ। ਮਤਲਬ ਕਹਿਣਾ ਕੀ ਚਾਹੁੰਦੇ ਆ? ਇਹ ਚਾਹੁੰਦੇ ਆ ਕਿ ਹਿੰਸਕ ਹੋ ਜਾਣ ਕਿਸਾਨ। ਦੇਖੋ, ਜਦੋਂ ਕਿਸਾਨਾਂ ਨੇ ਰੇਲ ਗੱਡੀਆਂ ਜਿਹੜੀਆਂ ਉਹ ਕਹਿਤਾ ਵੀ ਹਾਂ ਚਲੋ ਕੋਲੇ ਵਾਸਤੇ ਅਸੀਂ ਲਾਈਨਾਂ ਤੋਂ ਉੱਠਿਆ, ਅਡਾਨੀਆਂ ਵਾਲੀ ਰੇਲ ਗੱਡੀ ਕਿਉਂ ਭੇਜਣ ਦੀ ਲੋੜ ਪੈ ਗਈ ਸੀ? ਜਦੋਂ ਉਹ ਰੋਕ ਲਈ ਤਾਂ ਉਸ ਤੋਂ ਬਾਅਦ ਕਹਿੰਦੇ ਅਸੀਂ ਸਾਰੀਆਂ ਰੋਕਾਂਗੇ। ਮਤਲਬ ਹਜੇ ਵੀ ਪੂੰਜੀਪਤੀ ਦਾ ਮੋਹ ਜਿਹੜਾ ਉਹ ਨਹੀਂ ਜਾ ਰਿਹਾ, ਤੇ ਜੋ ਕਿ ਮਤਲਬ ਬਹੁਤ ਸ਼ਰਮਨਾਕ ਗੱਲ ਹੈ। ਲੋਕਾਂ ਪੰਜਾਬ ਦੇ ਫੰਡ ਵੀ ਬੰਦ ਕਰਦੇ, ਆਪਣਾ ਟ੍ਰੇਨਾਂ ਬੰਦ ਕੀਤੀਆਂ। ਦੇਖੋ, ਰੂਰਲ ਡਿਵੈਲਪਮੈਂਟ ਦੇ ਫੰਡ ਰੋਕ ਲਏ, ਇਹਦਾ ਮਤਲਬ ਸ਼ੁਰੂਆਤ ਕਰਤੀ। ਉਹ ਰੂਰਲ ਡਿਵੈਲਪਮੈਂਟ ਫੰਡ ਹੈ ਨਾ ਜਿਹੜਾ, ਉਹੀ ਤਾਂ ਮੰਡੀ ਹੈ, ਉਹੀ ਤਾਂ ਪੈਸਾ ਆਉਂਦਾ। ਠੀਕ ਹੈ ਨਾ। ਤਾਂ ਮਤਲਬ ਸਿੱਧੀ ਜੀ ਗੱਲ ਹੈ ਕਿ ਉਹ ਪੰਜਾਬ ਨੂੰ ਹੌਲੀ ਹੌਲੀ ਦੇਸ਼ ਨਾਲ ਕੱਟੀ ਜਾਂਦੇ ਨੇ। ਪਹਿਲਾਂ GST ਰਾਹੀਂ ਰਾਜਾਂ ਦਾ ਗਲਾ ਘੁੱਟਿਆ, ਝੂਠੇ ਫੜਾਤੇ। ਠੀਕ ਹੈ। ਹੁਣ ਕਹਿੰਦੇ ਰੂਰਲ ਡਿਵੈਲਪਮੈਂਟ ਫੰਡ ਵੀ ਰੋਕਾਂਗੇ। ਉਹ ਜੇ ਜਾਂਚ ਕਰਾਉਣੀ ਹੈ, ਮਿਸਯੂਜ਼ ਹੋ ਰਹੇ ਨੇ, ਕੈਗ ਤੋਂ ਕਰਾ ਲਓ, ਸੀਵੇਜ ਤੋਂ ਕਰਾ ਲਓ। ਫੰਡ ਰੋਕਣ ਦਾ ਮਤਲਬ ਕੋਈ ਨਹੀਂ ਨਾ। ਸੋ ਇਹ ਮਤਲਬ ਕਿਤੇ ਨਾ ਕਿਤੇ ਪੰਜਾਬ ਨੂੰ, ਮੈਂ ਪਹਿਲਾਂ ਵੀ ਬੋਲਦਾ ਰਿਹਾ ਹੈ, ਅੱਜ ਵੀ ਤੁਹਾਡੇ ਸਾਹਮਣੇ ਕਹਿਣਾ ਕਿ ਪੰਜਾਬ ਤੋਂ ਕੰਮ ਲੈ ਕੇ ਮੌਲੇ ਵੱਲ ਵਾਂਗੂ ਪੰਜਾਬ ਨੂੰ ਛੱਡਿਆ ਜਾਵੇ। ਜਦੋਂ ਹਰੀ ਕ੍ਰਾਂਤੀ ਦੀ ਲੋੜ ਸੀ, ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ, ਬਾਹਰੋਂ ਇੰਪੋਰਟ ਕਰਦੇ ਸੀ, ਉਹ ਤਾਂ ਪੰਜਾਬ ਦਾ ਕਿਸਾਨ। ਤੇ ਅਸੀਂ ਤਾਂ ਆਪਣੀ ਧਰਤੀ ਤੋਂ ਪਾਣੀ ਵੀ ਜਿਹੜਾ ਸਾਰਾ ਖਤਮ ਕਰ ਲਿਆ। ਅਸੀਂ ਤਾਂ ਮਾਰੂਥਲ ਬਣਦੇ ਜਾਂਦੇ ਹਾਂ। ਤੇ ਹੁਣ ਕਹਿੰਦੇ ਭਾਈ ਤੁਸੀਂ ਆਪਦਾ ਦੇਖੋ, ਅਸੀਂ ਥੋੜ੍ਹੇ ਤੋਂ ਕਹਿੰਦੇ। ਸੋ ਇਹ ਕਿਤੇ ਨਾ ਕਿਤੇ ਪੰਜਾਬੀ ਜਿਹੜੇ ਨੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਔਰ ਆਮ ਆਦਮੀ ਪਾਰਟੀ ਆਮ ਲੋਕਾਂ ਚੋਂ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਹੈ। ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਥ ਦੇਵਾਂਗੇ। ਤੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਉਹਦਾ ਜਿਹੜਾ ਮੁੱਦਾ ਹੈ ਉਹ ਵੀ ਅਸੀਂ ਜ਼ੋਰ ਸ਼ੋਰ ਨਾਲ ਮੰਡੀਕਰਨ ਬੋਰਡ ਦਾ ਜਿਹੜਾ ਨਾ ਡਿਵੈਲਪਮੈਂਟ ਤੇ ਲੱਗਦਾ ਪੈਸਾ ਲਗਭਗ 3600 ਤੋਂ 3700 ਕਰੋੜ ਰੁਪਏ ਦਾ। ਠੀਕ ਹੈ ਨਾ। ਇੱਕ ਸੀਜ਼ਨ ਮਤਲਬ 2 ਫਸਲਾਂ
ਠੀਕ ਹੈ ਨਾ। ਤੋਂ ਮਤਲਬ ਉਸੇ ਨਾਲ ਹੀ ਸੜਕਾਂ ਬਣਦੀਆਂ ਨੇ, ਉਸੇ ਨਾਲ ਹੀ ਬਾਕੀ ਜੇ ਕੋਈ ਖੇਤੀਬਾੜੀ ਦੇ ਸੰਦ ਕੋਈ ਸਬਸਿਡੀਆਂ ਦੇਣੀਆਂ ਨੇ ਜਾਂ ਕੋਈ ਮੁਆਵਜ਼ੇ ਦੇਣੇ ਨੇ, ਕੋਈ ਬੇਮੌਸਮੀ ਬਰਸਾਤਾਂ, ਤੇ ਮਤਲਬ ਸਿੱਧੀ ਜਿਹੀ ਗੱਲ ਹੈ ਕਿ ਤੁਸੀਂ ਉਹਨਾਂ ਦੀ ਰੋਟੀ ਬੰਦ ਕਰਨ ਲੱਗੇ ਕਿ ਜੇ ਅਸੀਂ ਤੁਹਾਨੂੰ ਪੈਸੇ ਨਹੀਂ ਦਿੱਤੇ, ਜੇ ਤੁਸੀਂ ਇਹਨਾਂ ਕਾਨੂੰਨਾਂ ਦਾ ਸਾਥ ਨਹੀਂ ਦਿੱਤਾ, ਜਦ ਕਿ ਕਾਨੂੰਨਾਂ ਦੇ ਵਿੱਚ ਕਿਤੇ ਵੀ MSP ਨਾਂ ਦਾ ਲਫ਼ਜ਼ ਹੀ ਲਿਖਿਆ ਨਹੀਂ ਹੋਇਆ। ਕੈਪਟਨ ਸਾਹਿਬ ਨੇ ਜਿਹੜਾ ਪਹਿਲੀ ਗੱਲ ਤਾਂ ਸਾਡੇ MLA ਮੰਗਦੇ ਰਹੇ ਕਿ ਬਿੱਲ ਤਾਂ ਦੇ ਦਿਓ, 2 ਦਿਨ ਪਹਿਲਾਂ ਬਿੱਲ ਦੇਣ ਹੁੰਦੇ ਨੇ, ਚਲ 1 ਦਿਨ ਪਹਿਲਾਂ ਹੀ ਦੇ ਦਿਓ, ਨਹੀਂ ਜੀ ਕਹਿੰਦੇ ਸ਼ਾਮ ਨੂੰ 5 ਵਜੇ ਤੱਕ ਦੇਵਾਂਗੇ, ਨਹੀਂ ਦਿੱਤਾ। ਸਾਰੀ ਰਾਤ ਧਰਨੇ ਤੇ ਵਿਧਾਨ ਸਭਾ 'ਚ ਬੈਠੇ, 10 ਵਜੇ ਆਏ, ਬਿੱਲ ਫੜਾਇਆ ਤੇ ਨਾਲ ਦੀ ਪਾਸ ਕਰਕੇ ਕਹਿੰਦੇ ਚਲੋ। ਅਸੀਂ ਕਿਸਾਨਾਂ ਦੇ ਇੱਕ ਗੁੱਡ ਫੇਥ ਦੇ ਵਿੱਚ ਕਿ ਕੋਈ ਇਸ ਤਰ੍ਹਾਂ ਦਾ ਮੈਸੇਜ ਜਾਵੇ ਸੈਂਟਰ ਨੂੰ ਕਿ ਪਾਰਟੀ ਹੋਏ ਨੇ, ਅਸੀਂ ਸਾਥ ਵੀ ਦਿੱਤਾ, ਪਰ ਉਹਦੇ ਨਾਲ ਹੋਊਗਾ ਕੀ? ਖੇਤੀ ਦੇ ਰਖਵਾਲੇ, ਕਿਸਾਨੀ ਦੇ ਰਖਵਾਲੇ ਤੇ ਬੋਰਡ ਲਾਤੇ ਸਾਰੇ ਪੰਜਾਬ 'ਚ। ਪਲੈਨਿੰਗ ਕੀਤੀ ਹੋਈ ਸੀ ਪਹਿਲਾਂ, ਕਿਸਾਨੀ ਦੇ ਰਖਵਾਲੇ ਤਾਂ ਕੈਪਟਨ ਸਾਹਿਬ ਹਜੇ ਵੀ ਰੇਲਵੇ ਲਾਈਨਾਂ ਤੇ ਬੈਠੇ ਨੇ, ਕਿਸਾਨੀ ਦੇ ਰਖਵਾਲੇ ਹਜੇ ਵੀ ਪੈਟਰੋਲ ਪੰਪਾਂ ਦੇ ਮੂਹਰੇ ਬੈਠੇ ਨੇ ਆਪਣੇ ਬੱਚਿਆਂ ਸਮੇਤ। ਸੋ ਇਹ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਨਾ ਕਰੋ। MSP ਦੇ ਦਿਓ, ਪੰਜਾਬ ਸਰਕਾਰ ਗਰੰਟੀ ਕਰ ਦੇ ਕਿ ਜਿੰਨੀ ਵੀ ਫਸਲ ਸੈਂਟਰ ਦੀਆਂ ਏਜੰਸੀਆਂ ਲੈਣਗੀਆਂ ਜਾਂ ਪ੍ਰਾਈਵੇਟ ਲੈਣਗੇ, ਠੀਕ ਹੈ, ਬਾਕੀ ਜਿੰਨੀ ਬਚ ਗਈ ਅਸੀਂ MSP। ਪੰਜਾਬ ਨੂੰ ਦੱਸਦਾ ਜਾ ਰਿਹਾ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਹੋ ਜਾਵੇ, ਹਰ ਬੰਦੇ ਕੋਲ ਇਹੀ ਬਾਤ ਹੈ। ਦੇਖੋ ਜੀ, ਇਹ ਅਸਲ 'ਚ ਡਰਾ ਰਹੇ ਨੇ। BJP ਰੋਜ਼ ਕਹਿ ਦਿੰਦੀ ਹੈ, ਮਾਨ ਸਾਹਿਬ ਤੇ ਹਰ ਰੋਜ਼ ਮੋਦੀ ਜੀ ਕਹਿੰਦੇ ਨੇ ਕਿ ਮਾਹੌਲ ਖਰਾਬ ਹੋਊਗਾ। ਇਹਦਾ ਮਤਲਬ ਇਹ ਹੈ ਕਿ ਪੰਜਾਬ ਨੂੰ ਫਿਰ ਦੁਬਾਰਾ ਕਾਲੇ ਦਿਨ ਦਾ ਡਰਾਵਾ ਦੇ ਕੇ, ਜਦ ਕਿ ਕਿਸਾਨ, ਕੋਈ ਵੀ ਕਿਸਾਨਾਂ ਦਾ ਜਿਹੜਾ ਯੂਨੀਅਨ ਹੈ ਜਾਂ ਉਹਨਾਂ ਦੀ ਜਥੇਬੰਦੀ ਹੈ, ਉਹਨਾਂ ਨੇ ਕਦੇ ਵੀ ਇੱਕ ਡਰਾ ਵੀ ਨਹੀਂ ਅੱਜ ਤੱਕ ਕੋਈ ਇਸ ਤਰ੍ਹਾਂ ਚੱਲਿਆ। ਇਸ ਗੱਲ ਲਈ ਵਧਾਈ ਵੀ ਦਊਂਗਾ ਕਿਸਾਨ ਜਥੇਬੰਦੀਆਂ ਨੂੰ ਕਿ ਆਪਣੇ ਸੰਘਰਸ਼ ਨੂੰ ਉਹਨਾਂ ਨੇ ਬਿਲਕੁਲ ਮਤਲਬ ਸ਼ਾਂਤਮਈ ਰੱਖਿਆ ਹੋਇਆ, ਔਰ ਡੈਮੋਕ੍ਰੈਟਿਕ ਰਾਈਟ ਹੈ, ਹੱਕ ਬਣਦਾ ਕਿ ਉਹ ਧਰਨਾ ਦੇ ਸਕਦੇ ਨੇ। ਆਹ ਜਿਹੜੀਆਂ ਟ੍ਰੇਨਾਂ ਰੋਕਣਾ ਜਾਂ ਜਾਣਬੁੱਝ ਕੇ ਉਹਦੇ ਵਾਲੀਆਂ ਪੈਸੰਜਰ ਟ੍ਰੇਨਾਂ ਭੇਜਣਾ, ਇਹ ਸ਼ਾਇਦ ਉਕਸਾ ਰਹੇ ਨੇ ਉਹਨਾਂ ਨੂੰ ਕਿ ਤੁਸੀਂ ਰੋੜਾ ਮਾਰੋ ਇੱਕ ਟ੍ਰੇਨ ਦੇ, ਉਸ ਤੋਂ ਬਾਅਦ ਇਹਨੂੰ ਹਿੰਸਕ ਕਹਿ ਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਲੋਕਾਂ ਦੇ ਮਨਾਂ 'ਚ ਇਹ ਕਰੀਏ ਕਿ ਦੇਖ ਲਓ ਜੀ ਤਾਂ ਹਿੰਸਕ ਨੇ, ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ। ਮਾਨ ਸਾਹਿਬ ਇੱਕ ਗੱਲ ਦੱਸੋ, ਇਹ ਖੇਤੀ ਬਿੱਲ ਤਾਂ ਹੋਣਾ ਹੀ ਆ, ਸਾਰੀਆਂ ਪਾਰਟੀਆਂ ਲੱਗੀਆਂ, ਤੁਸੀਂ ਵੀ ਸਾਥ ਰਹੇ, ਉਹ ਵੀ ਕਹਿੰਦੇ ਸੀ ਸਾਥ ਦੇਵੋ। ਸਪੋਜ਼ ਕਿਸਾਨ ਕਹਿੰਦੇ ਅਸੀਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਸਾਥ ਨਹੀਂ ਦੇਣਾ, ਤੁਹਾਡਾ ਪਾਰਟੀ ਦਾ ਕੀ ਹੋਊਗਾ ਅਗਲਾ ਐਕਸ਼ਨ ਵਿੱਚ ਸਟੈਂਡ ਕੀ ਹੋਊਗਾ, ਤੁਸੀਂ ਕੀ ਕਰੋਗੇ ਇਹਦੇ ਵਾਸਤੇ? ਇਹ ਦੇਖੋ, ਪਾਰਟੀ ਕੀ ਕਰੂਗੀ? ਕਿਸਾਨ ਅਸੀਂ ਵੀ ਕਿਸਾਨ ਦੇ ਪੁੱਤ ਹਾਂ, ਅਸੀਂ ਵੀ ਨਾਲ ਹਾਂ, ਪਰ ਜੋ ਅਸੀਂ ਵੀ ਸਾਰੇ ਨਾਲ ਹਾਂ, ਪਰ ਅਸੀਂ ਨਾਲ ਤਾਂ ਹੈਗੇ, ਕਰ ਕੀ ਸਕਦੇ ਅਸੀਂ? ਤੁਸੀਂ ਕੀ, ਤੁਹਾਡਾ ਕੀ ਹੈ ਸਟੈਂਡ, ਕੀ ਹੈ ਤੁਹਾਡੀ ਪਾਰਟੀ ਦਾ? ਮੈਂ ਦੱਸਦਾ, ਪਹਿਲੀ ਗੱਲ ਤਾਂ ਇਹ ਹੈ ਕਿ ਕੈਪਟਨ ਸਾਹਿਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ, ਅਸੀਂ ਤਾਂ ਕਿਹਾ ਸੀ ਪਹਿਲਾਂ ਵੀ ਉਹ ਤਾਂ ਬੁਲਾਇਆ, ਉਹ ਤਾਂ ਤੁਸੀਂ ਨਿਊਜ਼ ਲਿਆਂਦਾ ਕੀ ਹੈ? ਨਹੀਂ, ਚਲੋ ਉਹਦਾ ਕੀ ਕੀਤਾ ਨਾ, ਉਹ ਪੰਜਾਬ ਦੇ ਐਕਟ ਨਹੀਂ ਹੈਗੇ ਜਨਾਬ, ਉਹ ਪੰਜਾਬ ਸਰਕਾਰ ਨੇ ਕੋਈ ਐਕਟ ਨਹੀਂ ਬਣਾਇਆ, ਉਹ ਕੇਂਦਰ ਦੇ ਕਾਨੂੰਨਾਂ ਦੀ ਉਸੇ ਨਾਂ ਦੇ ਵਿੱਚ ਰਾਸ਼ਟਰਪਤੀ ਨੇ ਦੇਣੀ ਪੰਜਾਬ ਸੋਧ ਲਿਖਦਾ, ਪੰਜਾਬ ਸੋਧ ਲਿਖਦਾ ਜੀ, ਪੰਜਾਬ ਸੋਧ ਕਿ ਹੁਣ ਉਹਨਾਂ ਨੇ ਕਾਨੂੰਨ ਬਣਾਏ ਨੇ, ਉਹਨਾਂ ਕੋਲ ਜਾਣਗੇ ਵੀ ਸੋਧ ਕਿਵੇਂ ਕਿਉਂ ਕਰਦੇ ਨੇ, ਕਿਵੇਂ ਕਰਨਗੇ ਸੋਧ। MSP ਦਾ ਪੰਜਾਬ ਸਰਕਾਰ, MSP ਦਾ ਪੰਜਾਬ ਸਰਕਾਰ ਨੂੰ ਪੜ੍ਹਾ ਦਿੰਦਾ ਬਿੱਲ ਕੀ ਹੈ, ਤਾਂ ਹੀ ਤਾਂ ਪੜਾਇਆ ਨਹੀਂ। ਦੇਖੋ, 2 ਤਰੀਕਿਆਂ ਨਾਲ ਬਿੱਲ ਛਪਾਇਆ ਜਾਂਦਾ ਹੈ ਵਿਰੋਧੀ ਪਾਰਟੀ ਨੂੰ, ਜਿਹੜਾ ਸਰਕਾਰ ਨੂੰ ਵੀ ਨਾ ਪਤਾ ਹੋਵੇ ਬਿੱਲ 'ਚ ਕੀ ਹੈ, ਜਾਂ ਸਰਕਾਰ ਨੂੰ ਵੀ ਪਤਾ ਹੋਵੇ ਕੁਝ ਗੱਲਾਂ ਲੁਕਾਉਣ ਨੂੰ ਨੇ, ਕਿਤੇ ਘੁੰਡੀਆਂ ਕੱਢ ਲੈਣ। ਇਸੇ ਤਰ੍ਹਾਂ ਉੱਥੇ ਉਹ ਕਰਦੇ ਨੇ, ਉੱਥੇ ਕਾਂਗਰਸ ਵਿਰੋਧ ਕਰਦੀ ਹੁੰਦੀ ਹੈ, ਜਦੋਂ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਸਾਨੂੰ ਜਮਾਂ ਅੱਧੇ ਘੰਟੇ ਪਹਿਲਾਂ ਬਿੱਲ ਫੜਾ ਕੇ ਮੁੜ ਕੇ ਪਾਸ ਕਰਾ ਦਿੰਦੇ ਨੇ। ਸੋ ਇਸ ਕਰਕੇ ਹੁਣ ਕੀ ਹੈ, ਸੁਪਰੀਮ ਕੋਰਟ ਇੱਕ ਰਾਹ ਹੈਗਾ, ਛੱਡਣਾ ਨਹੀਂ ਹੈਗਾ। ਆਹ ਜਿਹੜੇ ਗ੍ਰਾਮ ਸਭਾਵਾਂ ਕਰ ਰਹੇ ਆ, ਇਹ ਸੁਪਰੀਮ ਕੋਰਟ 'ਚ ਇਹਨਾਂ ਦੇ ਮਤੇ ਜਿਹੜੇ ਨੇ ਕੰਸੀਡਰ ਹੋ ਸਕਦੇ ਨੇ, ਲੀਗਲ ਡਾਕੂਮੈਂਟ ਨੇ। ਕੰਸੀਡਰ ਪਾਰਟੀ ਆਪ ਕਰੂ ਜਾਂ ਥਰੂ ਕਿਸਾਨ ਜਥੇਬੰਦੀਆਂ ਜਿਵੇਂ ਕਹਿਣਗੇ ਇਸ ਤਾਂ ਉਹਨਾਂ ਦੇ ਨਾਲ ਉਹ ਜਦੋਂ ਜੇ ਉਹ ਸਪੋਜ਼ ਕਰਨਗੇ ਵੀ ਅਸੀਂ ਤੁਹਾਡੀ ਨਹੀਂ ਸਪੋਰਟ ਲੈਣੀ, ਅਸੀਂ ਕਦੋਂ ਕਰ ਰਹੇ ਹਾਂ? ਨਹੀਂ, ਅਸੀਂ ਤੁਹਾਡੇ ਕੋਲ ਰੈਗੂਲੇਸ਼ਨ ਉਹ ਕਿੱਥੇ ਦਿਓ? ਅਸੀਂ ਕਦੋਂ ਕਹਿ ਰਹੇ ਸਾਨੂੰ ਬੁਲਾਓ? ਰੈਗੂਲੇਸ਼ਨ ਤਾਂ ਵੀਡੀਓ ਕੋਲ ਜਾਊਗਾ ਜੀ। ਨਹੀਂ ਜਾਓ ਸਰ, ਤੁਸੀਂ ਜਿਹੜਾ ਸੁਪਰੀਮ ਕੋਰਟ 'ਚ ਆਪਾਂ ਜਿਸ ਦਿਨ ਕੋਈ ਕਿਸਾਨ ਜਥੇਬੰਦੀ ਸੁਪਰੀਮ ਕੋਰਟ ਗਈ, ਜਦੋਂ ਮਰਜ਼ੀ ਜਿੰਨੇ ਮਰਜ਼ੀ ਸਾਥੋਂ ਰੈਜੂਲੇਸ਼ਨ ਚਾਹੀਦੇ ਨੇ, ਉਹ ਵੀਡੀਓ ਤੋਂ ਵੀ ਲੈ ਸਕਦੇ ਨੇ, DCA ਤੋਂ ਵੀ ਲੈ ਸਕਦੇ ਨੇ, ਹਰੇਕ ਜ਼ਿਲ੍ਹੇ ਦੇ DC ਤੋਂ। ਹੁਸ਼ਿਆਰਪੁਰ 'ਚ ਬਹੁਤ ਸਾਰੇ ਪਿੰਡਾਂ ਨੇ ਪਾਏ ਨੇ, ਅੱਜ 12 ਪਿੰਡ ਜਿਹੜੇ ਨੇ ਨਿਹਾਲ ਸਿੰਘ ਵਾਲੇ ਦੇ ਜਿਹੜੇ 12 ਪਿੰਡ ਨੇ ਉਹਨਾਂ ਨੇ ਮਤੇ ਪਾਏ ਨੇ, ਸੰਗਰੂਰ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਨੇ ਮਤੇ ਪਾਏ ਹੋਏ ਨੇ। ਤੁਹਾਡੇ ਧਿਆਨ 'ਚ ਹੋਵੇ, FCI ਨੇ 3 ਸਾਲ ਤੋਂ ਪਰਚੇਜ਼ ਬੰਦ ਕੀਤੀ ਹੋਈ ਹੈ ਸਟੇਟ ਦੀ। ਅੱਜ ਵੀ ਮੈਂ ਉਹੀ ਤਾਂ ਕਹਿਣਾ, ਅੱਜ ਉਦੋਂ ਬਿੱਲ ਨਹੀਂ ਸੀ ਆਇਆ 17 'ਚ, ਉਦੋਂ ਕਿਸੇ ਪਾਰਟੀ ਨੇ ਕੋਈ ਰੌਲਾ ਨਹੀਂ ਪਾਇਆ ਹੈਗਾ ਵੀ FCI ਕਿਉਂ ਨਹੀਂ ਪਰਚੇਜ਼ ਕਰ ਰਹੀ। ਉਹ ਸੈਂਟਰ ਦਾ ਮਾਈਂਡ ਤਾਂ ਪਹਿਲਾਂ ਹੀ ਮਾਲਾ ਫੈਡਰੇਸ਼ਨ ਹੋਇਆ ਪਿਆ ਸੀ, ਉਦੋਂ ਕਿਸੇ ਪਾਰਟੀ ਨੇ ਰੌਲਾ ਪਾਇਆ ਕਿ FCI ਕਿਉਂ ਨਹੀਂ ਖਰੀਦ ਕਰਦੀ। ਪਾਰਲੀਮੈਂਟ ਸੁਣੀ ਮੇਰੀ ਗੱਲ? ਮੈਂ ਤੁਹਾਡੀ ਸੁਣੀ ਆ, ਪਰ ਹੁਣ ਪਾਇਆ ਨਾ, ਹੁਣ ਪਾਇਆ ਨਾ ਤੁਸੀਂ। 17 ਤੋਂ ਬੰਦ ਹੋਈ ਹੈ ਇਹ FCI। 14 ਤੇ 15 ਦਾ ਰਿਕਾਰਡ ਦੇਵਾਂ, ਮੇਰੀ ਪਾਰਲੀਮੈਂਟ ਦਾ ਰਿਕਾਰਡ ਕੱਢ ਲਿਓ। ਭਗਵੰਤ ਮਾਨ ਔਨ FCI YouTube ਤੇ ਪਾਇਆ। ਮੈਂ ਤਾਂ ਉਦੋਂ ਹੀ ਕਹਿਤਾ ਸੀ ਜਦੋਂ ਰਾਮ ਵਿਲਾਸ ਪਾਸਵਾਨ ਨੇ ਕਹਿਤਾ ਸੀ ਕਿ ਅਸੀਂ ਹੁਣ ਅਗਲੀ ਵਾਰ 50% ਜਿਹੜੀ ਪਰਚੇਜ ਘਟਾਵਾਂਗੇ, ਆਪਦਾ ਹੋਰ ਦੇਖ ਲਓ ਕੁਛ। ਨਹੀਂ ਫਿਰ ਉਦੋਂ ਕਿਸਾਨਾਂ ਨੇ ਤੁਹਾਡੀ ਗੱਲ ਨੂੰ ਮਜ਼ਾਕ ਸਮਝਿਆ? ਨਹੀਂ, ਮੈਂ ਤਾਂ ਪਾਰਲੀਮੈਂਟ 'ਚ ਬੋਲ ਸਕਦਾ ਜੀ, ਬੋਲ ਰਿਹਾ। ਜਿੱਥੇ ਸਾਡੇ ਕੋਲ ਤਾਕਤ ਅਸੀਂ ਕਰ ਦਾਂਗੇ, ਠੀਕ ਹੈ ਨਾ।
ਸੋ ਜਦੋਂ ਸਾਡੇ ਕੋਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਅਸੀਂ ਸਭ ਤੋਂ ਪਹਿਲਾਂ ਪੈਨ ਜਿਹੜਾ ਚੱਲੂਗਾ ਉਹ ਕਿਸਾਨਾਂ ਦੇ ਹੱਕ 'ਚ, ਲੋਕਾਂ ਦੇ ਹੱਕ 'ਚ। ਔਰ ਇਹ ਬਿੱਲਾਂ ਨੂੰ ਪਲੀਜ਼ ਮੈਂ ਫਿਰ ਕਹਿਣਾ ਕਿਸਾਨ ਫਿਰ ਵਿਰੋਧੀ- ਪੰਜਾਬ ਜੇ ਮੰਨ ਲਓ ਤੁਹਾਡੀ ਪਾਰਟੀ ਦੀ ਸਰਕਾਰ ਆਉਂਦੀ ਫਿਰ ਆਪਦੇ ਤੌਰ ਤੇ ਖਰੀਦੋਗੇ ਸੈਂਟਰ ਤੋਂ ਅਸੀਂ ਆਪ ਖਰੀਦਾਂਗੇ ਜਿਵੇਂ ਮਰਜ਼ੀ ਕਰੀਏ, ਜੇ ਨੀਅਤ ਸਾਫ਼ ਹੋਵੇ ਸਾਰਾ ਕੁਝ ਹੁੰਦਾ ਹੈ। ਦਿੱਲੀ ਸਿਰ 1 ਰੁਪਏ ਵੀ ਕਰਜ਼ਾ ਨਹੀਂ ਹੈਗਾ, ਪਰ ਦਿੱਲੀ 'ਚ ਸਭ ਤੋਂ ਦੇਸ਼ 'ਚ ਸਭ ਤੋਂ ਸਸਤੀ ਬਿਜਲੀ, ਸਭ ਮੁਫਤ ਇਲਾਜ, ਸਭ ਤੋਂ ਵਧੀਆ ਪੜ੍ਹਾਈ ਸਰਕਾਰੀ ਸਕੂਲਾਂ 'ਚ। ਉੱਥੇ ਹੋਰੀ ਕਿਵੇਂ ਹੋ ਰਹੀ ਹੈ, ਇੱਥੇ ਸਕੂਲ ਬੰਦ ਕਰ ਰਹੇ ਨੇ। ਨੀਅਤ ਸਾਫ਼ ਹੋਵੇ ਤਾਂ ਇਹ ਕਰ ਸਕਦੇ ਨੇ। ਤਾਂ ਫਿਰ ਕਾਂਗਰਸ ਜੀ ਲਓ 2 ਵਾਰ ਦਿੱਲੀ 'ਚ, ਠੀਕ ਹੈ ਨਾ। ਮੈਂ ਫੇਰ ਕਹਿਣਾ ਕੱਲਾ ਕਿਸਾਨ ਵਿਰੋਧੀ ਕਾਨੂੰਨ ਨਹੀਂ ਹੈਗਾ, ਇਹ ਲੋਕ ਵਿਰੋਧੀ ਹੈ। ਜਿਹੜੇ ਕਿਸਾਨੀ ਦੇ ਧੰਦੇ ਨਾਲ ਜੁੜੇ ਹੋਏ ਲੋਕ ਨੇ, ਜੇ ਉਹ ਚ ਸਪੇਅਰ ਪਾਰਟ ਵਾਲੇ ਵੀ ਨੇ, ਉਹ ਚ ਮਿਸਤਰੀ ਵੀ ਨੇ, ਉਹ ਚ ਪੈਂਚਰ ਵਾਲੇ ਵੀ ਨੇ, ਉਹ ਚ ਦਾਤੀਆਂ ਕਈਆਂ ਬਣਾਉਣ ਵਾਲੇ, ਉਹਨਾਂ ਦੇ ਦੰਦੇ ਕੱਢਣ ਵਾਲੇ ਵੀ ਨੇ, ਉਹਦੇ ਚ ਖਰਾਦ ਵਾਲੇ ਵੀ ਨੇ, ਪੱਲੇਦਾਰ ਵੀ ਹੈ, ਆੜਤੀਆਂ ਦੇ ਮਨੀਮ ਵੀ ਨੇ, ਟਰਾਂਸਪੋਰਟਰ ਵੀ ਨੇ, ਕੱਚੀ ਪੱਕੀ ਲੇਬਰ ਹੈ। ਸਾਰਾ ਧੰਦਾ ਜੁੜਿਆ ਹੋਇਆ ਹੈ, ਐਗਰੀਰੀਅਨ ਸਟੇਟ ਹੈ। ਇਸ ਕਰਕੇ ਇਹ ਇਕੱਲਾ ਕਿਸਾਨ ਵਿਰੋਧੀ ਨਹੀਂ, ਇਹ ਲੋਕ ਵਿਰੋਧੀ ਕਾਨੂੰਨ ਨੇ। ਆਹ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨਾਲ ਗੱਲ ਕਰੋ, ਇਹ ਕਾਨੂੰਨ ਜਿਹੜੇ ਨੇ ਵਾਪਸ ਲੈ ਕੇ ਬਾਕੀ ਮੁਲਕ ਦੇ ਕਾਨੂੰਨ ਲਾਗੂ ਕਰਕੇ ਕ੍ਰਾਂਤੀ ਲਿਆ ਦਿਓ। ਉਦੋਂ ਬਾਅਦ ਸਾਡਾ ਪੰਜਾਬ ਮਾਨ ਸਾਹਿਬ ਇੱਕ ਸਟੈਪ ਉਹ ਕਹਿੰਦੇ 2 ਦਿਨ ਦਾ ਸੈਸ਼ਨ, ਇੱਕ ਦਿਨ ਆਜੋ ਭਾਜੀ ਬੈਠੋ। 2 ਦਿਨ ਹੋ ਗਿਆ, ਦੂਜੇ ਦਿਨ ਚੱਲਿਆ, ਤੀਜੇ ਦਿਨ ਫੇਰ ਉਵੇਂ ਚਲਾ ਗਿਆ। ਵਿਰੋਧੀ ਚੱਲਣ ਨਹੀਂ ਦਿੰਦੇ ਸੈਸ਼ਨ ਦੀ। ਨਹੀਂ, ਅਸੀਂ ਤਾਂ ਕਹਿੰਦੇ ਬਿੱਲ ਤਾਂ ਘੱਟੋ ਘੱਟ BAC ਚ ਤਿੰਨੇ ਪਾਰਟੀਆਂ ਇਕੱਠੀਆਂ ਨੇ ਸਮਰਥਨ ਦਿੰਦੇ। ਘੱਟੋ ਘੱਟ BAC ਚ ਬਿੱਲ ਤਾਂ ਉਹ ਲੈ ਆਓ ਜਿਹਦਾ ਕੋਈ ਫਾਇਦਾ ਹੋਵੇ। ਇਹ ਤਾਂ ਬਿੱਲ ਪਾਸ ਬਾਅਦ ਚ ਹੋਇਆ, ਕਿਸਾਨੀ ਦੇ ਰਖਵਾਲੇ ਦੇ ਬੋਰਡ ਪਹਿਲਾਂ ਲੱਗੇ, ਠੀਕ ਹੈ ਨਾ। ਇਹ ਟੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਆ। ਆਮ ਲੋਕਾਂ ਨੂੰ ਸਾਰਾ ਪਤਾ ਹੈ ਕਿ ਕਿਵੇਂ ਕੇਂਦਰ ਨਾਲ ਕਿਉਂ ਨਹੀਂ ਗੱਲ ਕਰਦੇ ਕੈਪਟਨ ਸਾਹਿਬ, ਮੋਦੀ ਨਾਲ ਕਿਉਂ ਨਹੀਂ ਗੱਲ ਕਰਦੇ, ਕਿਸਾਨਾਂ ਨੂੰ ਅਪੀਲ ਕਰੀ ਜਾਂਦੇ ਰਹਿੰਦੇ। ਸੋ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਜਾ ਕੇ ਉੱਥੇ ਮਿਲਾ ਕੇ ਲਿਆਉਣ ਤੇ ਗੱਲ ਕਰਨ ਤੇ ਟੇਬਲ ਤੇ ਬੈਠਣ। ਕਿਸਾਨਾਂ ਨੂੰ ਉੱਥੇ ਬੁਲਾ ਕੇ ਕੋਈ ਅਫਸਰ 2-4 ਆ ਗਏ, ਉਹ ਨਹੀਂ ਮਿਲੇ। ਸੋ ਮੈਂ ਮਤਲਬ ਕਿਸਾਨਾਂ ਦੇ ਸੰਘਰਸ਼ ਨੂੰ ਇਹ ਬਹੁਤ ਛੋਟਾ ਸਮਝਦੇ ਨੇ। ਮੋਦੀ ਸਾਹਿਬ ਸ਼ਾਇਦ ਇਸ ਗੱਲ ਨੂੰ ਭੁੱਲ ਗਏ ਕਿ ਬਾਕੀ ਕਾਨੂੰਨ ਉਹਨਾਂ ਨੇ ਧੱਕੇ ਤੋਂ ਕਿੰਨਾ ਲਾਗੂ ਕਰਾ ਲਏ ਹੋਣੇ। ਪੰਜਾਬ ਜਿਹੜਾ ਉਹ ਆਪਦੇ ਹੱਕਾਂ ਲਈ ਲੜਨਾ ਜਾਣਦਾ ਹੈ। ਔਰ ਪੰਜਾਬ ਜਿਹੜਾ ਉਹਦੀ ਮੈਂ ਪਹਿਲਾਂ ਵੀ ਕਿਹਾ 90% ਕੁਰਬਾਨੀਆਂ ਦੇਸ਼ ਲਈ, ਔਰ 90% ਤੋਂ ਵੱਧ ਅਨਾਜ ਦੇ ਭੰਡਾਰਾਂ ਲਈ ਪੰਜਾਬ ਦੇ ਯੋਗਦਾਨ। ਮਾਨ ਸਾਹਿਬ ਕੁਝ